ਹੈਲੋ एवरीवन ਵੈਲਕਮ ਬੈਕ ਟੂ ਯਰ ਔਨ ਚੈਨਲ ਸਾਇੰਟੀਆ। ਜਿਵੇਂ ਕਿ ਤੁਸੀਂ ਜਾਣਦੇ ਹੋ ਆਪਾਂ ਆਪਣੇ ਚੈਨਲ ਤੇ ਸਾਇੰਸ ਦੀ ਪ੍ਰਿਪਰੇਸ਼ਨ ਕਰ ਰਹੇ ਹਾਂ ਕੰਪੀਟੀਟਿਵ ਐਗਜ਼ਾਮਸ ਦੇ ਲਈ। ਅਗਰ ਤੁਸੀਂ ਚੈਨਲ ਤੇ ਨਿਊ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਬੈਲ ਆਈਕਨ ਨੂੰ ਪ੍ਰੈਸ ਕਰ ਲਓ ਸੋ ਦੈਟ ਤੁਹਾਨੂੰ ਡੇਲੀ ਦੀ ਅਪਡੇਟ ਮਿਲਦੀ ਰਹੇ। ਜਿਵੇਂ ਕਿ ਤੁਸੀਂ ਜਾਣਦੇ ਹੋ ਆਪਾਂ ਫਿਜ਼ਿਕਸ ਦੀ ਮਾਸਟਰ ਕੈਡਰ ਦੀ ਸੀਰੀਜ਼ ਸਟਾਰਟ ਕੀਤੀ ਹੋਈ ਸੀ। ਅੱਜ ਆਪਾਂ ਉਸ ਨੂੰ ਕੰਟੀਨਿਊ ਕਰਾਂਗੇ। ਅੱਜ ਆਪਾਂ ਚੈਪਟਰ ਸਟਾਰਟ ਕਰ ਚੁੱਕੇ ਸੀ ਸੋਲਿਡ ਸਟੇਟ, ਇਸ ਦਾ ਆਪਾਂ ਪਾਰਟ 1 ਕਰ ਚੁੱਕੇ ਹਾਂ। ਅੱਜ ਪਾਰਟ 2 ਕਰਾਂਗੇ। ਅਗਰ ਤੁਹਾਨੂੰ ਪਾਰਟ 1 ਦੇ ਵਿੱਚ ਕੋਈ ਡਾਊਟ ਹੈ ਤਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਪੁੱਛ ਸਕਦੇ ਹੋ। ਸਟਾਰਟ ਕਰਦੇ ਹਾਂ ਅੱਜ ਆਪਾਂ ਪਾਰਟ 2। ਦੇਖੋ ਲਾਸਟ ਆਪਾਂ ਜੋ ਟੌਪਿਕ ਡਿਸਕਸ ਕੀਤਾ ਸੀ ਉਹ ਬ੍ਰੈਗਸ ਇਕੁਏਸ਼ਨ ਤੱਕ ਡਿਸਕਸ ਕਰ ਲਿਆ ਸੀ। ਬ੍ਰੈਗਸ ਇਕੁਏਸ਼ਨ ਅੱਗੇ ਆਪਾਂ ਹੁਣ ਡਿਸਕਸ ਕਰਾਂਗੇ ਕਿ ਜੋ ਐਕਸ-ਰੇ ਡਿਫਰੈਕਸ਼ਨਸ ਹੁੰਦੀਆਂ ਨੇ, ਐਕਸਪੈਰੀਮੈਂਟਲ ਜੋ ਮੈਥਡਸ ਹੈ, ਐਕਸਪੈਰੀਮੈਂਟਲ ਮੈਥਡਸ ਇਨ ਐਕਸ-ਰੇ ਡਿਫਰੈਕਸ਼ਨ, ਇਸ ਬਾਰੇ ਡਿਸਕਸ ਕਰਾਂਗੇ ਆਪਾਂ। ਐਕਸ-ਰੇ ਡਿਫਰੈਕਸ਼ਨ ਦੇ ਜਿੰਨੇ ਵੀ ਐਕਸਪੈਰੀਮੈਂਟਲ ਮੈਥਡਸ ਨੇ ਉਹਨਾਂ ਨੂੰ ਡਿਸਕਸ ਕਰਾਂਗੇ। ਮੇਨਲੀ ਇਸ ਜੋ ਜਿੰਨੇ ਵੀ ਐਕਸ-ਰੇ, ਦੇਖੋ ਹੁਣ ਮੈਂ ਇਹਦੀ ਗੱਲ ਕਿਉਂ ਕਰ ਰਹੀ ਹਾਂ ਐਕਸਪੈਰੀਮੈਂਟਲਸ ਦੀ, ਕਿਉਂਕਿ ਇਹ ਸਾਰੇ ਕਿਸ 'ਤੇ ਬੇਸ ਨੇ, ਬ੍ਰੈਗਸ ਇਕੁਏਸ਼ਨ 'ਤੇ ਬੇਸ ਨੇ। ਇਹਨਾਂ ਦੇ ਜੋ ਪ੍ਰਿੰਸੀਪਲ ਨੇ ਉਹ ਕਿਸ 'ਤੇ ਬੇਸ ਨੇ, ਬ੍ਰੈਗਸ ਇਕੁਏਸ਼ਨ 'ਤੇ ਬੇਸਡ ਨੇ। ਮੇਨਲੀ 3 ਵੇਜ਼ ਦੇ ਵਿੱਚ ਅਗਰ ਆਪਾਂ ਗੱਲ ਕਰੀਏ ਐਕਸ-ਰੇ ਇਕੁਏਸ਼ਨ ਹੁੰਦੀ ਹੈ, ਸੌਰੀ ਐਕਸ-ਰੇ ਡਿਫਰੈਕਸ਼ਨ ਦੀ 3 ਵੇਜ਼ ਦੇ ਵਿੱਚ ਡਿਫਰੈਕਸ਼ਨ ਹੋਏਗੀ। ਫਸਟ ਵਨ ਅਗਰ ਮੈਂ ਗੱਲ ਕਰਾਂ, ਫਸਟ ਹੋਏਗੀ ਲੋਇਜ਼ ਮੈਥਡ, ਲੋਇਜ਼ ਮੈਥਡ। ਸੈਕਿੰਡ ਵਨ ਦੀ ਅਗਰ ਮੈਂ ਗੱਲ ਕਰਾਂ ਪਾਊਡਰ ਮੈਥਡ, ਪਾਊਡਰ ਮੈਥਡ। ਐਂਡ ਥਰਡ ਦੀ ਅਗਰ ਮੈਂ ਗੱਲ ਕਰਾਂ, ਥਰਡ ਵਨ ਆਪਣੇ ਕੋਲ ਹੋਏਗਾ ਰੋਟੇਟਿੰਗ ਕ੍ਰਿਸਟਲ ਸਿਸਟਮ, ਰੋਟੇਟਿੰਗ ਕ੍ਰਿਸਟਲ ਸਿਸਟਮ। ਇਹ ਜੋ ਤਿੰਨੇ ਸਿਸਟਮ ਹੈ ਨਾ, ਜੋ ਤਿੰਨੇ ਐਕਸ-ਰੇ ਦੀਆਂ ਡਿਫਰੈਕਸ਼ਨਸ ਨੇ, ਇਹ ਕਿਸ 'ਤੇ ਬੇਸ ਨੇ, ਇਹ ਬ੍ਰੈਗਸ ਇਕੁਏਸ਼ਨ 'ਤੇ ਬੇਸ ਨੇ। ਜੋ ਇਹਨਾਂ ਦਾ ਪ੍ਰਿੰਸੀਪਲ ਹੈ ਉਹ ਬ੍ਰੈਗਸ ਇਕੁਏਸ਼ਨ 'ਤੇ ਬੇਸਡ ਹੈ। ਇਸ ਲਈ ਆਪਾਂ ਇਹਨਾਂ ਨੂੰ ਬ੍ਰੈਗਸ ਇਕੁਏਸ਼ਨ ਤੋਂ ਬਾਅਦ ਡਿਸਕਸ ਕਰ ਰਹੇ ਹਾਂ, ਕਿਉਂਕਿ ਆਪਾਂ ਬ੍ਰੈਗਸ ਇਕੁਏਸ਼ਨ ਡਿਸਕਸ ਕਰ ਚੁੱਕੇ ਹਾਂ। ਕਲੀਅਰ। ਸਟਾਰਟ ਕਰਦੇ ਹਾਂ। ਦੇਖੋ ਸਭ ਤੋਂ ਪਹਿਲਾਂ ਜੋ ਫਸਟ ਹੈ ਲੋਇਜ਼ ਇਕੁਏਸ਼ਨ ਤੋਂ ਸਟਾਰਟ ਕਰਾਂਗੇ। ਦੇਖੋ ਕੀ ਹੈ ਲੋਇਜ਼ ਇਕੁਏਸ਼ਨ, ਕੀ ਹੈ। ਸਭ ਤੋਂ ਪਹਿਲਾਂ ਇਹ ਦਿੱਤੀ ਕਿੰਨੀ ਸੀਗੀ, ਜੋ ਇਹ ਮੈਥਡ ਸੀ ਬਾਏ ਵੌਨ ਲੋਏ ਨੇ ਇਕੁਏਸ਼ਨ ਦਿੱਤੀ ਸੀ। ਇਹ ਜੋ ਫਿਨੋਮੀਨਾ ਹੈ ਕਿਸ 'ਤੇ ਬੇਸਡ ਹੈ, ਡਿਫਰੈਕਸ਼ਨ ਆਫ ਐਕਸ-ਰੇ, ਐਕਸ-ਰੇ ਦੀ ਡਿਫਰੈਕਸ਼ਨ ਹੋਏਗੀ। ਬਟ ਇੱਥੇ ਫਰਕ ਕੀ ਹੈ, ਫਰੋਮ ਇੰਡੀਵਿਜੂਅਲ ਐਟਮ, ਫੋਰ ਇੰਡੀਵਿਜੂਅਲ ਸਿੰਗਲ ਐਟਮਸ ਤੋਂ ਕੀ ਹੋਏਗੀ, ਡਿਫਰੈਕਸ਼ਨ ਹੋਏਗੀ, ਰੈਦਰ ਦੈਨ ਸਰਫੇਸ ਤੋਂ। ਮੀਨਸ ਸਰਫੇਸ ਤੋਂ ਨਹੀਂ ਹੋਏਗੀ ਜਾਂ ਕੋਈ ਪਲੇਨ ਤੋਂ ਨਹੀਂ ਹੋਏਗੀ। ਜੋ ਡਿਫਰੈਕਸ਼ਨ ਹੋਏਗੀ, ਡਿਫਰੈਕਸ਼ਨ ਕਿੱਥੋਂ ਹੋਏਗੀ, ਇੰਡੀਵਿਜੂਅਲ ਐਟਮ ਤੋਂ ਡਿਫਰੈਕਸ਼ਨ ਹੋਏਗੀ। ਕਲੀਅਰ। ਤਾਂ ਇਸ ਦੇ ਵਿੱਚ ਇਸ ਦੀ ਗੱਲ ਕੀਤੀ ਗਈ ਸੀ। ਦੇਖੋ ਹੁਣ ਆਪਣੇ ਕੋਲ ਬ੍ਰੈਗਸ ਇਕੁਏਸ਼ਨ ਕੀ ਸੀ, ਬ੍ਰੈਗਸ ਇਕੁਏਸ਼ਨ ਸੀ ਆਪਣੇ ਕੋਲ 2D ਇਜ਼ ਇਕੁਅਲ ਟੂ, ਸੌਰੀ 2D ਸਾਈਨ ਥੀਟਾ ਇਜ਼ ਇਕੁਅਲ ਟੂ n ਲੈਮਡਾ। ਇਹ ਆਪਣੇ ਕੋਲ ਕੀ ਸੀ, ਬ੍ਰੈਗਸ ਇਕੁਏਸ਼ਨ ਸੀਗੀ। ਕਲੀਅਰ, ਲਿਖੀ ਵੀ ਹੋਈ ਹੈ। ਇਸ ਦੇ ਵਿੱਚ ਦੇਖੋ ਫਰਕ ਕੀ ਆ ਜਾਂਦਾ ਹੈ, ਇਹਦੇ ਵਿੱਚ ਜੋ ਐਕਸ-ਰੇ ਦੀ ਵੇਵਲੈਂਥ ਹੈ ਉਹ ਕਿੰਨੀ ਹੁੰਦੀ ਹੈ ਆਪਣੇ ਕੋਲ, 0.222 ਆਰਮਸਟਰੋਂਗ। ਤਾਂ ਇਸ ਲਈ ਵੇਵਲੈਂਥ ਯਾਦ ਕਰਨੀ ਪਊਗੀ, ਕਿਉਂਕਿ ਇਹਦੇ ਵਿੱਚ ਪਰਟੀਕੂਲਰ ਇੱਕ ਐਕਸ-ਰੇ ਹੀ ਲਿੱਤੀ ਹੋਈ ਹੈ, ਉਸ ਦੀ ਹੀ ਡਿਫਰੈਕਸ਼ਨ ਦੀ ਗੱਲ ਕੀਤੀ ਹੋਈ ਹੈ। ਤਾਂ ਇਸ ਦੇ ਵਿੱਚ ਮੇਨ ਚੇਂਜ ਹੈ ਉਹ ਹੈ ਕਿ ਇਸ ਦੇ ਵਿੱਚ ਜੋ ਥੀਟਾ ਹੈ ਉਹ ਕੀ ਰਹਿੰਦਾ ਹੈ, ਫਿਕਸ। ਮੀਨਸ ਜੋ ਸਾਈਨ ਥੀਟਾ ਹੈ ਉਹ ਕੀ ਰਹੇਗਾ, ਫਿਕਸ ਰਹੇਗਾ ਸਾਈਨ ਥੀਟਾ। ਬਟ ਜੋ ਤੁਹਾਡੀ ਲੈਮਡਾ ਦੀ ਵੈਲਿਊ ਹੈ ਉਹ ਕੀ ਰਹੇਗੀ, ਵੇਰੀ ਹੁੰਦੀ ਰਹੇਗੀ 0.222 ਆਰਮਸਟਰੋਂਗ ਤੱਕ। ਕਲੀਅਰ। ਇਸ ਲਈ ਇਸ ਨੂੰ ਇਹਦੇ ਵਿੱਚ ਜੋ ਮੇਨ ਚੀਜ਼ਾਂ ਨਾ ਤਿੰਨ ਦੇ ਵਿੱਚ, ਮੀਨਸ ਜੋ ਤਿੰਨ ਕੈਟਾਗਰੀਜ਼ ਐਕਸ-ਰੇ ਡਿਫਰੈਕਸ਼ਨ ਦੀਆਂ, ਉਸ ਦੇ ਵਿੱਚ ਮੇਨਲੀ ਆਪਾਂ ਨਾ ਥੀਟਾ ਤੇ ਲੈਮਡਾ ਦੀ ਵੇਰੀਏਸ਼ਨ ਦੇਖਾਂਗੇ ਕਿ ਕਿਹੜੀ ਚੀਜ਼ ਵੇਰੀ ਕਰੇਗੀ, ਕਿਹੜੀ ਚੀਜ਼ ਫਿਕਸ ਰਹੇਗੀ। ਕਲੀਅਰ। ਦੇਖੋ ਹੁਣ ਕਿੱਦਾਂ ਹੁੰਦਾ, ਮੰਨ ਲਓ ਕੋਈ ਲਾਈਟ ਹੈ, ਕੋਈ ਵੀ ਆਈ ਮੀਨਸ n1 ਤੋਂ ਆਈ। ਕਲੀਅਰ। n1 ਇਸ ਦਾ ਅਗਰ ਆਪਾਂ ਗੱਲ ਕਰੀਏ ਯੂਨਿਟ ਹੈ, ਟਕਰਾ ਕੇ ਕੀ ਹੈ ਵਾਪਿਸ ਚਲੀ ਗਈ n2। ਇਹ ਕੋਈ ਨਾ ਕੋਈ ਇੱਥੇ ਕੀ ਪ੍ਰੈਜ਼ੈਂਟ ਹੈ, ਐਟਮ ਪ੍ਰੈਜ਼ੈਂਟ ਹੈ, ਜਿਸ 'ਤੇ ਉਹ ਕੀ ਕਰ ਰਹੀ ਹੈ, ਸਟਰਾਈਕ ਕਰ ਰਹੀ ਹੈ ਪੁਆਇੰਟ A 'ਤੇ। ਇਸ ਵੇ ਦੇ ਨਾਲ ਸਿਮਿਲਰਲੀ ਨੀਚੇ ਹੋਏਗਾ ਕੋਈ B 'ਤੇ ਆਏਗੀ, n1 ਆਈ ਆ ਕੇ ਟਕਰਾ ਕੇ ਵਾਪਿਸ ਚਲੇਗੀ ਪਾਰਟੀਕਲ ਤੋਂ। ਇਸ ਵੇ ਦੇ ਨਾਲ ਇਹ ਹੁੰਦੇ ਨੇ ਸਾਰੇ ਲੋਇਜ਼ ਇਕੁਏਸ਼ਨਸ ਹੁੰਦੀਆਂ ਨੇ। ਦੇਖੋ ਇਹਦੇ ਵਿੱਚ ਅਗਰ ਆਪਾਂ ਅੱਗੇ ਗੱਲ ਕਰੀਏ, ਇਸ ਦੇ ਵਿੱਚ ਜੋ ਇੱਕ ਫਿਲਮ ਹੁੰਦੀ ਹੈ ਉਹ ਰਿਸੀਵ ਕਰਦੀ ਹੈ। ਮੀਨਸ ਦੇਖੋ ਹੁਣ ਜਿਵੇਂ ਇਸ ਦੇ ਵਿੱਚ ਗੱਲ ਕਰੀਏ, ਇਹ ਵਾਲੀ ਕੀ ਕਰ ਰਹੀ ਹੈ, ਲਾਈਟ ਨੂੰ ਰਿਸੀਵ ਕਰ ਰਹੀ ਹੈ, ਸੈਕਿੰਡ ਵਨ ਕੀ ਹੋ ਰਹੀ ਹੈ, ਰਿਫਲੈਕਟ ਹੋ ਰਹੀ ਹੈ।
ट्रांसमिट हो रही है मीनस एक रिसीव करेगी रिफ्लैक्ट करेगी दूसरी की करेगी ट्रांसमिट करेगी दोनों का इदा कॉम्बीनेशन होएगा जो पैटर्न शो करेगा वो सिमेट्री होगा क्रिस्टल दे जो क्रिस्टल होएगा इस दे विच उसका जो पैटर्न होएगा उसकी की होएगी सिमेट्री होएगी सिमेट्रिक होएगा पैटर्न क्लीयर इस दे विच आपां मेनली ये टाइप आइडेंटिफाई करांगे तो जिस जेड़ा सिंगल क्रिस्टल है ਉਹਦੀ ओरीएंटेशन देखांगे इस दे विच मेनली आपां ओरीएंटेशन दे बारे गल करांगे एक सिंगल क्रिस्टल दी ਉਹਨੂੰ आइडेंटिफाई करांगे क्लीयर ये ਤੁਹਾਡਾ फर्स्ट सीगा लॉयज़ इक्वेशन सैकेंड देखते हैं आपां रोटेटिंग क्रिस्टल देखो सैकेंड वन है रोटेटिंग क्रिस्टल मैथड इस दे विच देखो की चेंज है ਇਹਦੇ ਵਿੱਚ जो थीटा होएगा एन लैमडा इज इक्वल टू 2d साइन थीटा दे विच ਇਹਦੇ ਵਿੱਚ थीटा की करेगा वेरी लैमडा की करेगा फिक्स करेगा क्लीयर देखो ਇਹਦੇ ਵਿੱਚ देखो हुण रोटेट का मतलब कि किसी चीज़ का घूमना तो थीटा की करेगा घूमूगा वेरी करूगा चेंज होगा कंप्लीट रोटेशन ਤਾਂ होएगी अगर थीटा मीनस अगर थीटा की वैल्यू अगर आप गल करिए वो सैटिस्फाई करे ब्रैग्स इक्वेशन डिफ्रैक्शन ਤਾਂ ही होएगी अगर ब्रैग्स इक्वेशन सैटिस्फाई करेगा मेनली अगर आप गल करिए अगर वो 360 डिग्री तक रोटेट करता है थीटा की वैल्यू 360 डिग्री तक रोटेट होंदी है तो डिफ्रैक्शन किन्ने टाइम्स हो जाएगी 4 टाइम्स हो जाएगी तुसी याद रखना है अगर थीटा 360 तक है 360 डिग्री तक है तो जो अपने को डिफ्रैक्शन होएगा वो कितना होएगा 4 टाइम्स होएगा क्लीयर ये तुसी पॉइंट याद रखना है नैक्सट आप गल करांगे देखो ओसीलेटरी जो इसे दे पार्ट ने ये रोटेशन दे जो अगर आप गल करिए देखो जो अपने को सैकेंड मैथड है रोटेटिंग क्रिस्टल सिस्टम उस दे विच कुछ अगे पार्ट्स ने फर्स्ट वन है अपने को कंप्लीट रोटेशन इस जो रोटेटिंग क्रिस्टल थोड़ा इरेज कर लिए जस्ट अ सैकेंड हाँ जी थोड़ा ना इरेज कर लेना सो दैट तुहानू क्लीयर हो जाए चीज़ थोड़ा जा इरेज कर लें हाँ जी देखो इस दे विच जो कंप्लीट रोटेशन वाला पार्ट चल रहा है उसके अगे ए बी पार्ट है जिमें जो रोटेशन है अगर आप गल करिए कंप्लीट रोटेशन है ये ए पार्ट है किसका ए पार्ट है रोटेटिंग थ्रू क्रिस्टल सिस्टम तो जो अपने को अगर आप गल करिए ओसीलेटरी ये बी पार्ट है ओसीलेटरी दे विच देखो जो क्रिस्टल है ओसीलेट करेगा 15 डिग्री तो 20 डिग्री ये इन्हों के विचकार की इन्हों की ओसीलेशन होएगी या 15 डिग्री होएगी या 20 डिग्री होएगी ये जो मैथड है मेनली यूजफुल कादे लिए है जो अपने को ए बी सी होंगे ने क्रिस्टल यूनिट सैल दे विच ए बी सी होंगे ने ना तुहानू मैंने करवाया सी कि ए बी सी नू आपां किस चीज़ नाल रिप्रजेंट करते हैं जो उन्हों दी साइड्स होंदियां ने या फिर आपां एक्सिस भी कह सकते हैं किसी क्रिस्टल सिस्टम की जो एक्सिस ने वो की ने अपने को ए बी सी ने उन्होंने की है उन्होंने वैल्यू डिटरमाइन करने के लिए ये जो प्रोसैस है ये जो मैथड है की होएगा यूजफुल होएगा नैक्सट आप लास्ट डिस्कस करांगे पाउडर मैथड देखो पाउडर मैथड की अगर आप गल करिए ये तुहानू ज़्यादा डीपली करने की जरूरत नहीं है ये किस दे लई यूज़ किया जाता है विच कैन नॉट ईजली ऑबटेन्ड इन द फॉर्म ऑफ क्रिस्टल ये वो सबसटांसिस के लिए यूज़ किया जाता है जो आपको ईजली क्रिस्टल के फॉर्म के विच नहीं ऑबटेन होंगे नहीं मिलते इस दे विच लैमडा की रहेगा फिक्स रहेगा तो जो अपने को डी डिस्टेंस है तो थीटा एंगल है वो की करेगा वेरी करेगा क्लीयर आई होप तुहानू ये क्लीयर हो चुके एक बार आप थीटा दियाँ वैल्यूज़ डिस्कस कर लें जिमें सब इत्थे लॉयज़ मैथड है सैकेंड वन अपने कोल की सी रोटेशन क्रिस्टल सिस्टम आर एंड थर्ड वन अपने कोल की सी पाउडर मैथड पी इन्हां दे विच हुण आपां वैल्यूज़ देखते हैं तो तुसीं ध्यान रखियो सब तो पहला लॉयज़ मैथड की अगर मैं गल करा इस दे विच जो थीटा होएगा वो की रहेगा अपने कोल फिक्स रहेगा तो जो लैमडा होएगा वो की करेगी वेवलेंथ की करेगी वेरी करेगी किसदी है ये एक्सरे दी है तो कितनी वैल्यू होएगी 0.2 टू 2 आर्मस्ट्रॉन्ग क्लीयर नैक्सट अपने को रोटेटिंग क्रिस्टल सी इस दे विच थीटा की करेगा वेरी करेगा बट जो लैमडा होएगा उसकी जो वैल्यू होएगी वो की होएगी फिक्स रखी जाएगी नैक्सट अपने को थर्ड की है पाउडर पाउडर दे विच देखो जो लैमडा होएगा वो फिक्स ही होएगा सेम है रोटेटिंग की तरह तो थीटा भी वेरी करेगा इस दे विच डिफरेंस की सी भी डी भी वेरी कर सकता जो डिस्टेंस सी वो भी की करेगा वेरी करेगा डी फॉर डिस्टेंस बिटवीन द स्लिट्स जो स्लिट्स सीगे ना जिथों रिफ्लैक्ट होंदियां ने इन्हां दे विचकार दा जो डिस्टेंस हुंदा वो डी मीनस पाउडर दे विच वो भी की करेगा वेरी करेगा क्लीयर
ਨੈਕਸਟ ਆਪਾਂ ਗੱਲ ਕਰਦੇ ਹਾਂ ਨੈਕਸਟ ਟੌਪਿਕ ਦੀ। ਨੈਕਸਟ ਟੌਪਿਕ ਹੈ ਤੁਹਾਡੇ ਕੋਲ TEM। ਇਸ ਦੀ ਫੁੱਲ ਫਾਰਮ ਹੈ ਤੁਹਾਡੇ ਕੋਲ ਟਰਾਂਸਮਿਸ਼ਨ ਇਲੈਕਟ੍ਰੋਨ ਮਾਈਕਰੋਸਕੋਪੀ। ਕਲੀਅਰ। ਦੇਖੋ ਇਸ ਦੇ ਵਿੱਚ ਕੀ ਹੈ, ਇਹ ਕਾਹਦੇ ਲਈ ਹੈਲਪ ਕਰਦਾ ਹੈ, ਕੋਈ ਵੀ ਚੀਜ਼ ਨੂੰ ਮੈਗਨੀਫਾਈ ਕਰਕੇ ਦੇਖਣ ਦਾ, ਮੀਨਸ ਛੋਟੇ ਛੋਟੇ ਪਾਰਟੀਕਲਸ ਨੂੰ ਲਾਰਜ ਕਰਕੇ ਦੇਖਣ ਦੇ ਲਈ ਵਿੱਚ ਆਪਾਂ ਨੂੰ ਕੌਣ ਹੈਲਪ ਕਰਦਾ, ਟੈਮ ਹੈਲਪ ਕਰਦਾ। ਇਸ ਦੇ ਵਿੱਚ ਕੀ ਹੁੰਦਾ, ਮੇਨਲੀ ਟਰਾਂਸਮਿਸ਼ਨ ਹੁੰਦੀ ਹੈ ਕਿਸ ਦੀ, ਇਲੈਕਟ੍ਰੋਨ ਦੀ। ਦੇਖੋ ਇਲੈਕਟ੍ਰੋਨ ਟਰਾਂਸਮਿਸ਼ਨ ਕਿਉਂ ਹੁੰਦੀ ਹੈ, ਕਿਉਂਕਿ ਇਹਦੇ ਵਿੱਚ ਜੋ ਇਲੈਕਟ੍ਰੋਨ ਹੈ ਉਹਦੀ ਵੇਵਲੈਂਥ ਕੀ ਹੁੰਦੀ ਹੈ, ਬਹੁਤ ਜ਼ਿਆਦਾ ਸਮੋਲ ਹੁੰਦੀ ਹੈ। ਕਿਸ ਤੋਂ, ਦੈਨ ਲਾਈਟ ਤੋਂ। ਲਾਈਟ ਨਾਲੋਂ ਵੇਵਲੈਂਥ ਕੀ ਹੁੰਦੀ ਹੈ, ਸਮੋਲ ਹੁੰਦੀ ਹੈ ਕਿਸ ਦੀ, ਇਲੈਕਟ੍ਰੋਨ ਦੀ, ਜਿਸ ਦੇ ਨਾਲ ਉਹ ਕੀ ਹੋ ਜਾਂਦੇ ਨੇ, ਟਰਾਂਸਮਿਟ ਹੋ ਜਾਂਦੇ ਨੇ, ਤੇ ਆਪਾਂ ਨੂੰ ਜੋ ਇਮੇਜ ਹੈ ਉਹ ਲਾਰਜ ਹੋ ਕੇ ਕੀ ਹੁੰਦੀ ਹੈ, ਦਿਖਾਈ ਦਿੰਦੀ ਹੈ। ਇਸ ਦਾ ਮਤਲਬ ਕੀ ਹੈ, ਇਹ ਕੀ ਹੈ, ਬੈਟਰ ਰੈਜ਼ੋਲਿਊਸ਼ਨ, ਕਿਸੇ ਚੀਜ਼ ਨੂੰ ਬੈਟਰ ਵੇ ਦੇ ਨਾਲ ਆਪਾਂ ਨੂੰ ਸ਼ੋ ਕਰਦਾ। ਆਰ ਇਨਵਰਸਲੀ ਪ੍ਰਪੋਰਸ਼ਨਲ ਕਿਸ ਦੇ ਹੈ, ਲੈਮਡਾ ਦੇ। ਕਲੀਅਰ, ਇਹ ਧਿਆਨ ਰੱਖਣਾ ਹੈ ਤੁਸੀਂ। ਨੈਕਸਟ ਆਪਾਂ ਇਸ ਦੇ ਪ੍ਰਿੰਸੀਪਲ ਦੀ ਗੱਲ ਕਰਦੇ ਹਾਂ। ਦੇਖੋ ਇਹਦਾ ਪ੍ਰਿੰਸੀਪਲ ਕੀ ਹੈ, ਇਸ ਦੇ ਵਿੱਚ ਜੋ ਪ੍ਰਿੰਸੀਪਲ ਹੈ ਉਹ ਕੀ ਹੈ, ਜੋ ਇਲੈਕਟ੍ਰੋਨ ਬੀਮ ਹੈ ਉਹਦੀ ਹਾਈ ਐਨਰਜੀ ਹੁੰਦੀ ਹੈ, ਆਪਾਂ ਨੂੰ ਪਤਾ ਹੀ ਹੈ। ਤਾਂ ਜੋ ਇਲੈਕਟ੍ਰੋਨ ਬੀਮ ਟਰਾਂਸਮਿਟ ਕੀਤੀ ਜਾਂਦੀ ਇੱਕ ਸਪੈਸੀਮੈਨ ਤੋਂ, ਕੀ ਬਣਾਉਣ ਦੇ ਲਈ, ਇਮੇਜ ਦੀ ਫੋਰਮੇਸ਼ਨ ਕਰਨ ਦੇ ਲਈ। ਇਲੈਕਟ੍ਰੋਨ ਜਦੋਂ ਸਕੈਟਰਿੰਗ ਹੋਏਗੀ ਉਹ ਦੋ ਵੇ ਦੇ ਵਿੱਚ ਹੋ ਸਕਦੀ ਹੈ, ਇਲਾਸਟਿਕ ਵੀ ਤੇ ਇਨ ਇਲਾਸਟਿਕ ਵੀ ਹੋ ਸਕਦੀ ਹੈ। ਤੇ ਅਗਰ ਆਪਾਂ ਗੱਲ ਕਰੀਏ, ਹੁਣ ਦੇਖੋ ਇਹ ਤੋਂ ਬੈਕ ਸਕੈਟਰਿੰਗ ਹੋਈ, ਕੋਈ ਇਲੈਕਟ੍ਰੋਨ ਆਇਆ ਕਿਸੇ ਸਪੈਸੀਮੈਨ ਤੇ, ਬੈਕ ਸਕੈਟਰਿੰਗ ਹੋਗੀ, ਮੀਨਸ ਵਾਪਿਸ ਮੁੜ ਗਈ, ਨਾਲ ਨਾਲ ਜੋ ਐਕਸਰੇ ਹੈ ਉਹ ਵੀ ਕੀ ਹੋਗੀ, ਰਿਲੀਜ਼ ਹੋਗੀ ਕੋਈ ਵੀ ਸਪੈਸੀਮੈਨ ਤੋਂ। ਕਲੀਅਰ। ਡਿਫਰੈਕਸ਼ਨ ਕਿਸ ਕਾਰਨ ਹੋਏਗੀ, ਅਗਰ ਹੀਟਿੰਗ ਆਫ ਸਪੈਸੀਮੈਨ ਪੈਟਰਨ ਕੀ ਹੈ ਉਸ ਦੇ ਵਿੱਚ ਕ੍ਰੀਏਟ ਹੈ। ਆ ਇੱਕ ਡਾਇਗਰਾਮ ਬਣਾਈ ਹੋਈ ਹੈ, ਜੋ ਅਗਰ ਆਪਾਂ ਗੱਲ ਕਰੀਏ ਇੱਕ ਸਿਸਟਮ ਹੈ, ਐਲੂਮੀਨੇਸ਼ਨ ਸਿਸਟਮ ਹੈ, ਜਿਹਦੇ ਵਿੱਚ ਇਲੈਕਟ੍ਰੋਨ ਗਨ ਪ੍ਰੈਜ਼ੈਂਟ ਹੈ, ਨੀਚੇ ਆਪਣੇ ਕੋਲ ਕੰਡੈਂਸਰ ਲੈਂਸ ਹੈ, ਇਹਦੇ ਵਿੱਚ ਇਲੈਕਟ੍ਰੋਨ ਐਗਜ਼ਾਈਟ ਕਰਵਾਏ ਜਾਣਗੇ। ਨੈਕਸਟ ਆਪਣੇ ਕੋਲ ਸਪੈਸੀਮੈਨ ਸਟੇਜ ਹੈ ਸੈਕਿੰਡ, ਇਹਨਾਂ ਨੂੰ ਇੱਕ ਇੱਕ ਕਰਕੇ ਪੜਾਂਗੇ। ਇਹਦੇ ਵਿੱਚ ਸੈਂਪਲ ਪ੍ਰੈਜ਼ੈਂਟ ਹੈ ਤੇ ਓਬਜੈਕਟ ਦਾ ਕੀ ਹੈ, ਓਬਜੈਕਟਿਵ ਲੈਂਸ ਪ੍ਰੈਜ਼ੈਂਟ ਹੈ। ਕਲੀਅਰ। ਥਰਡ ਆਪਣੇ ਕੋਲ ਕੀ ਹੈ, ਇਮੇਜਨਰੀ ਸਿਸਟਮ ਹੈ। ਇਮੇਜਨਰੀ ਸਿਸਟਮ ਹੈ ਜਿਸ ਦੇ ਵਿੱਚ ਅਗਰ ਆਪਾਂ ਗੱਲ ਕਰੀਏ, ਮੈਗਨੀਫਾਈਂਗ ਸਿਸਟਮ ਹੈ ਜੋ ਲਾਰਜ ਕਰਕੇ ਆਪਾਂ ਨੂੰ ਇਮੇਜਿਸ ਫੋਰਮ ਕਰਵਾਉਂਦਾ। ਤੇ ਇਸ ਦੇ ਵਿੱਚ ਨੈਕਸਟ ਅਗਰ ਆਪਾਂ ਗੱਲ ਕਰੀਏ, ਫਾਸਫੋਰਸ ਇਮੇਜ ਸਕਰੀਨ ਹੈ ਜਿਸ ਦੇ ਉੱਪਰ ਇਮੇਜ ਫੋਰਮ ਹੋ ਜਾਂਦੀ ਹੈ। ਕਲੀਅਰ। ਕੀ ਫੋਰਮੇਸ਼ਨ ਹੁੰਦੀ ਹੈ, ਇਮੇਜ ਦੀ ਫੋਰਮੇਸ਼ਨ ਹੁੰਦੀ ਹੈ। ਇਹਨਾਂ ਨੂੰ ਇੱਕ ਇੱਕ ਕਰਕੇ ਹੁਣ ਆਪਾਂ ਕੀ ਕਰਾਂਗੇ, ਡਿਸਕਸ ਕਰਾਂਗੇ। ਸਭ ਤੋਂ ਫਸਟ ਸਟੇਜ ਆਪਾਂ ਕੀ ਡਿਸਕਸ ਕਰਾਂਗੇ, ਇਲੈਕਟ੍ਰੋਨ ਗਨ ਨੂੰ ਡਿਸਕਸ ਕਰਾਂਗੇ। ਦੇਖੋ ਇੱਥੇ ਪ੍ਰੈਜ਼ੈਂਟ ਹੈ ਨਾ ਆਪਣੇ ਕੋਲ ਇਲੈਕਟ੍ਰੋਨ ਗਨ, ਇਸ ਨੂੰ ਆਪਾਂ ਡਿਸਕਸ ਕਰਾਂਗੇ। ਇਲੈਕਟ੍ਰੋਨ ਗਨ ਦੀ ਅਗਰ ਮੈਂ ਗੱਲ ਕਰਾਂ, ਦੇਖੋ ਅੱਗੇ ਦੇਖਦੇ ਹਾਂ ਲਿਖਿਆ ਹੋਇਆ ਆਈ ਥਿੰਕ, ਹਾਂਜੀ। ਇਸ ਦੇ ਵਿੱਚ ਇਲੈਕਟ੍ਰੋਨ ਗਨ ਦੀ ਅਗਰ ਗੱਲ ਕੀਤੀ ਜਾਏ, ਸਟੇਜ ਫਸਟ, ਇਹ ਕਿਸ ਤੋਂ ਬਣੀ ਹੁੰਦੀ ਹੈ, ਲੈਂਥੇਨਮ ਹੈਕਸਾ ਬੌਕਸਾਈਡ ਤੋਂ ਬਣੀ ਹੁੰਦੀ ਹੈ। ਆ ਫਾਰਮੂਲਾ ਲਿਖਿਆ ਹੋਇਆ। ਇਸ ਦੇ ਵਿੱਚ ਦੋ ਕੰਡੈਂਸਰ ਸੀਗੇ, ਕਲੀਅਰ, ਲੈਂਸ, ਜਿਨ੍ਹਾਂ ਦਾ ਡਾਇਆਮੀਟਰ ਆਫ ਦਾ ਬੀਮ ਕਾਦੇ ਲਈ ਹੋਏਗਾ, ਫੋਕਸ ਕਰਨ ਦੇ ਲਈ, ਕਿਸੇ ਸਪੈਸੀਮੈਨ ਤੇ ਫੋਕਸ ਕਰਨਾ ਤੇ ਸਾਈਜ਼ ਨੂੰ ਕੀ ਕਰਨਾ, ਸਪੋਰਟ ਕਰਨਾ, ਮੀਨਸ ਸਾਈਜ਼ ਨੂੰ ਧਿਆਨ ਦੇਣਾ, ਤੇ ਉਸਦੀ ਜੋ ਬੀਮ ਹੋਣਗੀਆਂ ਉਹਨਾਂ ਨੂੰ ਕੀ ਕਰਨਾ, ਕਨਵਰਜ ਕਰਨ ਦੇ ਵਿੱਚ ਕੀ ਕਰੇਗੀ, ਹੈਲਪ ਕਰੇਗੀ। ਨੈਕਸਟ ਆਪਣੇ ਕੋਲ ਸੈਕਿੰਡ ਸਟੇਜ ਹੈ। ਸੈਕਿੰਡ ਸਟੇਜ ਦੀ ਅਗਰ ਮੈਂ ਗੱਲ ਕਰਾਂ, ਇਸ ਦੇ ਵਿੱਚ ਕੀ ਹੋਏਗਾ, ਥਿਨ ਸੈਂਪਲ ਹੋਏਗਾ ਜੋ ਕੀ ਅਵੋਇਡ ਕਰੇਗਾ, ਮਲਟੀਪਲ ਸਕੈਟਰਿੰਗ, ਮੀਨਸ ਇੱਕ ਵਾਰ ਸਕੈਟਰਿੰਗ ਹੋਏਗੀ ਉਸ ਤੋਂ ਬਾਅਦ ਮਲਟੀਪਲ ਸਕੈਟਰਿੰਗ ਨਹੀਂ ਹੋਏਗੀ, ਇਹ ਸ਼ੋ ਕਰੇਗਾ। ਜੋ ਓਬਜੈਕਟਿਵ ਲੈਂਸ ਇਹਦੇ ਵਿੱਚ ਪ੍ਰੈਜ਼ੈਂਟ ਹੈ ਉਹ ਇਮੇਜ ਨੂੰ ਜਨਰੇਟ ਕਰੇਗਾ, ਉਸਦੀ ਕੁਆਲਿਟੀ ਦੇਖੇਗਾ, ਰੈਜ਼ੋਲਿਊਸ਼ਨ ਨੂੰ ਬੈਟਰ ਟੂ ਬੈਟਰ ਕਰੇਗਾ, ਸੋ ਦੈਟ ਜੋ ਆਪਣੇ ਕੋਲ ਫਾਈਨਲ ਇਮੇਜ ਆਉਂਦੀ ਹੈ ਉਹ ਲਾਰਜ ਵੀ ਹੋਵੇ ਤੇ ਉਹਦਾ ਰੈਜ਼ੋਲਿਊਸ਼ਨ ਵੀ ਕੀ ਹੋਵੇ, ਬੈਟਰ ਹੋਵੇ, ਇੱਕ ਪਰਫੈਕਟ ਇਮੇਜ ਆਪਣੇ ਕੋਲ ਕੀ ਹੈ, ਤਿਆਰ ਹੋ ਸਕੇ। ਕਲੀਅਰ ਹੈ ਜੀ। ਨੈਕਸਟ ਦੇਖੋ ਅਗਰ ਆਪਾਂ ਗੱਲ ਕਰੀਏ, ਸਟੇਜ ਥਰਡ ਦੇ ਵਿੱਚ ਫਲੋਰੋਸੈਂਟ ਸਕਰੀਨ ਲੱਗੀ ਹੁੰਦੀ ਹੈ। ਮੈਂ ਲਾਸਟ ਤੁਹਾਨੂੰ ਡਾਇਗਰਾਮ 'ਚ ਵੀ ਦਿਖਾਈ ਸੀ। ਆ ਦੇਖੋ ਨੀਚੇ ਕੀ ਹੈ, ਫਾਸਫੋਰਸ ਦੀ ਇਮੇਜ ਲੱਗੀ ਹੁੰਦੀ ਹੈ, ਇਮੇਜਿੰਗ ਸਕਰੀਨ ਲੱਗੀ ਹੁੰਦੀ ਹੈ। ਇਹ ਫਲੋਰੋਸੈਂਸ ਦੀ ਵੀ ਅਗਰ ਆਪਾਂ ਗੱਲ ਕਰੀਏ, ਫਲੋਰੋਸੈਂਟ ਸਕਰੀਨ ਹੁੰਦੀ ਹੈ ਜਿਸ ਦੇ ਉੱਪਰ ਆਪਾਂ ਇਮੇਜਿਸ ਨੂੰ ਕੀ ਕਰ ਲੈਂਦੇ ਹਾਂ, ਸੀਨ ਕਰ ਲੈਂਦੇ ਹਾਂ, ਜੋ ਕੀ ਹੈ ਫੋਰਮ ਕਰਵਾਈ ਗਈ ਹੈ। ਕਲੀਅਰ। ਨੈਕਸਟ ਦੇਖਦੇ ਹਾਂ। ਨੈਕਸਟ ਆਪਣੇ ਕੋਲ ਟਾਈਪਸ ਆਫ ਇਮੇਜ ਆਰ ਬਲੈਕ ਐਂਡ ਵਾਈਟ। ਜੋ ਆਪਣੇ ਕੋਲ ਇਮੇਜ ਬਣਦੀਆਂ ਨੇ ਉਹ ਬਲੈਕ ਬਣਦੀਆਂ ਨੇ ਜਾਂ ਵਾਈਟ ਬਣਦੀਆਂ ਨੇ। ਕਿਸ ਤਰ੍ਹਾਂ ਦੀ ਇਮੇਜ ਦੀ ਫੋਰਮੇਸ਼ਨ ਹੁੰਦੀ ਹੈ, ਦੇਖੋ ਜੋ ਇਮੇਜ ਟੈਮ ਦੇ ਦੁਆਰਾ ਫੋਰਮ ਕੀਤੀ ਜਾਂਦੀ ਹੈ ਉਹ ਬ੍ਰਾਈਟ ਫੀਲਡ ਦੀ ਇਮੇਜ ਹੁੰਦੀ ਹੈ। ਕਿਹੜੀ ਫੀਲਡ ਦੀ, ਬ੍ਰਾਈਟ, ਮੈंने ਹਾਈਲਾਈਟ ਵੀ ਕੀਤਾ ਹੋਇਆ, ਬ੍ਰਾਈਟ ਫੀਲਡ ਹੋਏਗੀ। ਜੋ ਏਰੀਆ ਜਿਹਦੇ ਵਿੱਚ ਜੋ ਇਲੈਕਟ੍ਰੋਨ ਟਰਾਂਸਮਿਟ ਕਰਦੇ ਨੇ ਉਹ ਬ੍ਰਾਈਟ ਹੋਏਗੀ। ਉਹ ਏਰੀਆ, ਇੱਥੇ ਏਰੀਆ ਮੈंने ਐਰੋ ਪਾਏ ਹੋਇਆ, ਏਰੀਆ ਜਿੱਥੇ ਸਕੈਟਰਿੰਗ ਅਕਰ ਨਹੀਂ ਹੋਏਗੀ, ਇਲੈਕਟ੍ਰੋਨ ਬੀਮ ਪਾਸ ਕਰੇਗੀ, ਉੱਥੇ ਕੀ ਹੋਏਗੀ, ਆਪਣੇ ਕੋਲ ਬਲੈਕ ਸਟ੍ਰੇਟ ਲਾਈਨਸ ਹੋਣਗੀਆਂ, ਬਲੈਕ ਹੋਣਗੀਆਂ।
ਇੱਦਾਂ ਅਗਰ ਆਪਾਂ ਮੈਂ ਡਰਾ ਕਰਕੇ ਦਿਖਾਵਾਂ, ਇਸ ਤਰ੍ਹਾਂ ਨਾਲ ਨਾ ਬਲੈਕ ਲਾਈਨਸ ਬਣੀਆਂ ਹੋਣਗੀਆਂ ਇਸ ਤਰ੍ਹਾਂ ਨਾਲ। ਕਲੀਅਰ? ਜਿੱਥੇ ਤਾਂ ਇਲੈਕਟ੍ਰੋਨ ਟਰਾਂਸਮਿਟ ਹੋ ਗਏ ਉੱਥੇ ਤਾਂ ਬ੍ਰਾਈਟ ਕਲਰ ਹੋਏਗਾ, ਜਿੱਥੇ ਇਲੈਕਟ੍ਰੋਨ ਦੀ ਟਰਾਂਸਮਿਟਿੰਗ ਨਹੀਂ ਹੋ ਰਹੀ ਉੱਥੇ ਆਪਣੇ ਕੋਲ ਕੀ ਹੋਣਗੇ, ਬਲੈਕ ਹੋਣਗੇ। ਬ੍ਰਾਈਟ ਤੇ ਬਲੈਕ ਕਨਫਿਊਜ਼ ਨਹੀਂ ਹੋਣਾ। ਨੈਕਸਟ ਆਪਾਂ ਡਿਸਕਸ ਕਰਾਂਗੇ ਇਹਨਾਂ ਦੇ ਐਪਲੀਕੇਸ਼ਨਸ। ਐਪਲੀਕੇਸ਼ਨ ਕੀ ਹੈ? ਡਿਟਰਮੀਨੇਸ਼ਨ ਆਫ ਕ੍ਰਿਸਟਲ ਲੈਟਿਸ ਨੂੰ ਡਿਟਰਮਾਈਨ ਕਰਵਾਉਣ ਦੇ ਲਈ, ਵਿਜ਼ੀਬਿਲਿਟੀ ਆਫ ਲੈਟਿਸ ਇਫੈਕਟ, ਲੈਟਿਸ ਇਫੈਕਟ ਨੂੰ ਵਿਜ਼ੀਬਲ ਕਰਵਾਉਣ ਦੇ ਲਈ। ਥਰਡ ਵਨ ਹੈ ਆਪਣੇ ਕੋਲ ਸਪੈਕਟ੍ਰੋਮੀਟਰ, ਜੋ ਅਟੈਚ ਕੀਤਾ ਜਾਂਦਾ ਟੈਮ ਨਾਲ, ਸੋ ਦੈਟ ਆਪਾਂ ਨੂੰ ਕੀ ਹੈ, ਇਮੇਜ ਕੀ ਹੈ ਫੋਰਮ ਹੋ ਜੇ, ਸਾਈਟ ਜੋ ਜਿੱਥੇ ਇਮੇਜ ਬਣ ਰਹੀ ਹੈ ਉਹ ਚੀਜ਼ ਕੀ ਹੋ ਜੇ, ਓਬਟੇਨ ਹੋ ਜੇ। ਤਿੰਨ ਨੇ ਕੀ ਹੈ, ਕ੍ਰਿਸਟਲ ਲੈਟਿਸ ਨੂੰ ਡਿਟਰਮਾਈਨ ਕਰਨਾ, ਲੈਟਿਸ ਇਫੈਕਟ ਦੀ ਵਿਜ਼ੀਬਿਲਿਟੀ ਚੈੱਕ ਕਰਨਾ, ਤੇ ਸਪੈਕਟ੍ਰੋਮੀਟਰ ਨੂੰ ਟੈਮ ਦੇ ਨਾਲ ਅਟੈਚ ਕੀਤਾ ਜਾਂਦਾ ਸੋ ਦੈਟ ਸਾਈਟ ਦੀ ਕੀ ਹੋ ਜੇ, ਉਹ ਸਾਈਟ ਪਤਾ ਲੱਗ ਜੇ ਜਿੱਥੇ ਇਮੇਜ ਦੀ ਫੋਰਮੇਸ਼ਨ ਹੋਈ ਹੈ। ਹੁਣ ਕਿਸੇ ਵੀ ਚੀਜ਼ ਦੀ ਅਗਰ ਐਪਲੀਕੇਸ਼ਨਸ ਹੈ ਤੇ ਲਿਮਿਟੇਸ਼ਨ ਨਾ ਹੋਣ, ਇੱਦਾਂ ਹੋ ਹੀ ਨਹੀਂ ਸਕਦਾ। ਤਾਂ ਲਿਮਿਟੇਸ਼ਨਸ ਕੀ ਹੈ? ਕੈਨ ਨਾਟ ਟੇਕ ਕਲਰ, ਇਹ ਕਲਰ ਨਹੀਂ ਲੈਂਦਾ, ਕਲਰ ਵਾਲੀ ਚੀਜ਼ਾਂ ਨਹੀਂ ਇਹਦੇ ਵਿੱਚ, ਬਲੈਕ ਤੇ ਵਾਈਟ ਚੱਲਣਗੇ ਮੇਨਲੀ। ਇਟ ਕੈਨ ਨਾਟ ਟੇਕ ਥਿਕ ਸੈਂਪਲ ਇਮੇਜ, ਥਿਕ ਨਹੀਂ ਲੈਂਦਾ ਹਮੇਸ਼ਾ, ਮੈਨੇ ਉੱਪਰ ਵੀ ਲਿਖਿਆ ਹੋਇਆ ਸੀ ਇਸ ਦੇ ਵਿੱਚ ਆਪਾਂ ਥਿਨ ਲਵਾਂਗੇ ਜਦੋਂ ਸਟਾਰਟਿੰਗ ਕਰਵਾਇਆ ਸੀਗਾ। ਤਾਂ ਇਸ ਦੇ ਵਿੱਚ ਥਰਡ ਕੀ ਹੈ, ਇਹ ਹੋਰ ਕੀ ਨਹੀਂ ਲੈਂਦਾ, ਸਰਫੇਸ ਇਨਫੋਰਮੇਸ਼ਨ ਬਾय ਇਮੇਜ, ਸਰਫੇਸ ਦੀ ਇਨਫੋਰਮੇਸ਼ਨ ਪ੍ਰੋਵਾਈਡ ਨਹੀਂ ਕਰੇਗਾ ਜੋ ਇਮੇਜ ਦੁਬਾਰਾ ਬਣੀ ਗਿਆ, ਮੀਨਸ ਇਮੇਜ ਤਾਂ ਦਿਖੇਗੀ ਬਟ ਇਮੇਜ ਦੀ ਜੋ ਸਰਫੇਸ ਹੈ ਉਹ ਆਪਾਂ ਨੂੰ ਪ੍ਰੋਪਰ ਵੇ ਦੇ ਵਿੱਚ ਦਿਖਾਈ ਨਹੀਂ ਦੇਗੀ। ਕਲੀਅਰ ਹੈ? ਨੈਕਸਟ ਆਪਾਂ ਗੱਲ ਕਰਾਂਗੇ ਨੈਕਸਟ ਟੌਪਿਕ ਦੀ। ਆਈ ਹੋਪ ਤੁਹਾਨੂੰ ਕਲੀਅਰ ਹੋ ਚੁੱਕਿਆ। ਨੈਕਸਟ ਦੇਖੋ, ਨੈਕਸਟ ਹੈ ਆਪਣੇ ਕੋਲ ਸੈਮ। ਟੈਮ ਐਂਡ ਸੈਮ ਦੋ ਸੀ। ਸੈਮ ਦੇਖੋ, ਸੈਮ ਦੀ ਫੁੱਲ ਫਾਰਮ ਕੀ ਹੈ, ਸਕੈਨਿੰਗ ਇਲੈਕਟ੍ਰੋਨ ਮਾਈਕਰੋਸਕੋਪ। ਤੇ ਆਪਣੇ ਕੋਲ ਅਗਰ ਮੈਂ ਗੱਲ ਕਰਾਂ ਟੈਮ ਦੀ ਕੀ ਸੀਗੀ, ਟਰਾਂਸਮਿਸ਼ਨ ਇਲੈਕਟ੍ਰੋਨ ਮਾਈਕਰੋਸਕੋਪੀ। ਇੱਥੇ ਸਕੈਨਿੰਗ ਕੀਤੀ ਹੈ, ਉੱਥੇ ਟਰਾਂਸਮਿਟਿੰਗ ਕੀਤੀ ਸੀ, ਯਾਦ ਰੱਖਣਾ। ਇਸ ਦੇ ਵਿੱਚ ਜੋ ਇਮੇਜ ਦੀ ਫੋਰਮੇਸ਼ਨ ਹੋਏਗੀ ਉਹ 3D ਹੋਏਗੀ, ਜਿਸ ਦੀ ਕਲੈਰਿਟੀ ਜ਼ਿਆਦਾ ਹੋਏਗੀ। ਤੇ ਇਹਦੇ ਵਿੱਚ ਲੈਸ ਸੈਂਪਲ, ਮਤਲਬ ਜ਼ਿਆਦਾ ਪ੍ਰਿਪਰੇਸ਼ਨ ਕਰਨ ਦੀ ਜ਼ਰੂਰਤ ਨਹੀਂ ਪਏਗੀ, ਸੈਂਪਲ ਦੀ ਘੱਟ, ਸੈਂਪਲ ਦੀ ਪ੍ਰਿਪਰੇਸ਼ਨ ਨਾਲ ਵੀ ਤੁਹਾਡੇ ਕੋਲ ਇੱਕ ਵਧੀਆ ਇਮੇਜ ਦੀ ਫੋਰਮੇਸ਼ਨ। ਦੇਖੋ ਜਦੋਂ ਜਦੋਂ ਜ਼ਿਆਦਾ ਡਿਵੈਲਪਮੈਂਟ ਹੁੰਦੀ ਰਹਿੰਦੀ ਹੈ ਕਿਸੇ ਵੀ ਚੀਜ਼ ਦੀ, ਤਾਂ ਉਹ ਚੀਜ਼ ਕੀ ਹੈ, ਬੈਟਰ ਹੁੰਦੀ ਰਹਿੰਦੀ ਹੈ। ਕਲੀਅਰ ਹੈ ਨਾ? ਤਾਂ ਇਹਦੇ ਵਿੱਚ ਕੀ ਹੈ, ਬੈਟਰ ਚੀਜ਼ ਕੀ ਹੈ, ਫੋਰਮੇਸ਼ਨ ਹੋਏਗੀ। ਕਿੱਦਾਂ ਹੋਏਗੀ? ਸਕੈਨਿੰਗ ਕਰਾਂਗੇ ਜਦੋਂ ਆਪਾਂ ਇਲੈਕਟ੍ਰੋਨ ਮਾਈਕਰੋਸਕੋਪ ਦੀ। ਤਾਂ ਫਸਟ ਆਪਣੇ ਕੋਲ ਪ੍ਰਿੰਸੀਪਲ ਹੈ। ਪ੍ਰਿੰਸੀਪਲ ਕੀ ਹੈ ਆਪਣੇ ਕੋਲ, ਐਕਸ਼ਨ ਆਫ ਇਲੈਕਟ੍ਰੋਨ ਬੀਮ ਸਟਿਮੂਲੇਟ ਅਮਿਸ਼ਨ ਆਫ ਹਾਈ ਐਨਰਜੀ। ਇੱਥੇ ਹਾਈ ਐਨਰਜੀ ਅਮਿਟ ਹੋਏਗੀ ਜੋ ਬੈਕ ਸਕੈਟਰਿੰਗ ਕਰਵਾ ਦੇਗੀ ਕਿਸ ਦੀ, ਇਲੈਕਟ੍ਰੋਨ ਦੀ। ਤੇ ਜਿਸ ਦੇ ਨਾਲ ਜੋ ਲੋ ਐਨਰਜੀ ਹੈ, ਮੀਨਸ ਜੋ ਸੈਕੰਡਰੀ ਇਲੈਕਟ੍ਰੋਨਸ ਨੇ ਉਹ ਕਿੱਥੇ ਫਾਰਮ ਹੋ ਜਾਣਗੇ, ਸਰਫੇਸ ਤੇ। ਐਕਸ-ਰੇ ਦੀ ਕੀ ਹੋ ਜਾਣਗੇ, ਪ੍ਰੋਡਿਊਸ ਹੋ ਜੂਗੀ। ਦੇਖੋ ਮੈਂ ਦੁਬਾਰਾ ਦੱਸਦੀ ਹਾਂ, ਜਦੋਂ ਇਲੈਕਟ੍ਰੋਨ ਬੀਮ ਐਕਟ ਕਰਨਗੇ ਸਟਿਮੂਲੈਂਟਲੀ ਹਾਈ ਐਨਰਜੀ ਤੇ, ਤਾਂ ਜੋ ਇਲੈਕਟ੍ਰੋਨਸ ਨੇ ਉਹ ਬਾਅਦ ਵਿੱਚ ਹਾਈ ਐਨਰਜੀ ਕਰਕੇ ਬੈਕ ਸਕੈਟਰਿੰਗ ਕਰ ਦੇਣਗੇ। ਤਾਂ ਅਗਰ ਤਾਂ ਹਾਈ ਐਨਰਜੀ ਹੈ ਤਾਂ ਬੈਕ ਸਕੈਟਰਿੰਗ ਹੋਏਗੀ ਇਲੈਕਟ੍ਰੋਨਸ ਦੀ, ਅਗਰ ਘੱਟ ਐਨਰਜੀ ਹੈ ਤਾਂ ਜੋ ਸੈਕੰਡਰੀ ਇਲੈਕਟ੍ਰੋਨ ਨੇ ਉਹ ਸਰਫੇਸ ਤੇ ਫਾਰਮ ਹੋ ਜਾਣਗੇ, ਤਾਂ ਐਕਸ-ਰੇ ਕੀ ਹੋਏਗਾ, ਪ੍ਰੋਡਿਊਸ ਹੋ ਜਾਏਗਾ। ਨੈਕਸਟ ਆਪਾਂ ਕੰਸਟਰਕਸ਼ਨ ਐਂਡ ਵਰਕਿੰਗ ਦੀ ਗੱਲ ਕਰਦੇ ਹਾਂ। ਸੇਮ ਹੈ, ਟੈਮ ਦੀ ਤਰ੍ਹਾਂ ਹੁੰਦੀ ਹੈ, ਕੋਈ ਜ਼ਿਆਦਾ ਫਰਕ ਨਹੀਂ ਹੈ। ਨੈਕਸਟ 3 ਟਾਈਪ ਦੀਆਂ ਇਮੇਜਿਸ ਫਾਰਮ ਕਰਦੇ ਆ। ਸਭ ਤੋਂ ਪਹਿਲਾਂ ਕੀ ਹੈ ਆਪਣੇ ਕੋਲ, ਸੈਕੰਡਰੀ ਇਮੇਜ। ਸੈਕੰਡਰੀ ਇਮੇਜ ਕੀ ਹੈ, ਦੇਖੋ ਜਿਨ੍ਹਾਂ ਦੀ ਐਨਰਜੀ ਘੱਟ ਹੈ, ਮੈਂ ਹੁਣੇ ਦੱਸਿਆ ਇਲੈਕਟ੍ਰੋਨਸ, ਉਹ ਕਿਹੜੇ ਆਰਡਰ ਦੇ ਹੁੰਦੇ ਆ, ਉਹਨਾਂ ਦੀ ਕਿੰਨੇ, 50 ਇਲੈਕਟ੍ਰੋਨ ਵੋਲਟ ਦੀ। ਦੇ ਕੈਨ escape ਓਨਲੀ ਫਰੋਮ ਟੋਪ, ਉਹ ਹਮੇਸ਼ਾ ਟੋਪ ਫਿਊ ਨੈਨੋਮੀਟਰਸ ਤੱਕ ਕੀ ਕਰ ਸਕਦੇ ਨੇ, ਸਰਫੇਸ ਤੇ ਇਸਕੇਪ ਕਰਨਗੇ। ਮੀਨਸ ਜੋ ਅਗਰ ਆਪਾਂ ਗੱਲ ਕਰੀਏ ਇਹਨਾਂ ਦਾ ਮੇਨ ਕੰਮ ਕੀ ਹੋਊਗਾ, ਕਲੈਕਟ ਕਰਨਾ ਇਮੇਜ ਆਫ ਸੈਂਪਲ, ਸੈਂਪਲ ਦੀ ਇਮੇਜ ਨੂੰ ਕਲੈਕਟ ਕਰਨ ਦਾ ਕੰਮ ਕਿਸ ਦਾ ਹੋਏਗਾ, ਸੈਕੰਡਰੀ ਇਮੇਜ ਦਾ ਹੋਏਗਾ। ਨੈਕਸਟ ਆਪਣੇ ਕੋਲ ਬੈਕ ਸਕੈਟਰਿੰਗ ਹੈ ਇਲੈਕਟ੍ਰੋਨਸ ਦੀ। ਬੈਕ ਸਕੈਟਰਿੰਗ ਆਫ ਇਲੈਕਟ੍ਰੋਨ ਇਮੇਜ ਦਾ, ਇਹਨਾਂ ਕੋਲ ਜੋ ਐਨਰਜੀ ਹੋਏਗੀ ਉਹ ਜ਼ਿਆਦਾ ਹੋਏਗੀ 50 ਇਲੈਕਟ੍ਰੋਨ ਵੋਲਟ ਦੀ। ਸੈਕੰਡਰੀ ਕੋਲ ਕੀ ਸੀਗੀ, ਘੱਟ ਹੋਏਗੀ 15 ਇਲੈਕਟ੍ਰੋਨ ਵੋਲਟ ਦੀ। ਮਤਲਬ ਲੋ ਐਨਰਜੀ ਹੋਗੀ ਇਲੈਕਟ੍ਰੋਨ ਦੀ 50 ਇਲੈਕਟ੍ਰੋਨ ਵੋਲਟ ਦੇ ਨੀਅਰ ਅਬਾਊਟ, ਇਸ ਦੀ ਗ੍ਰੇਟਰ ਹੋਏਗੀ। ਇਹ ਇਮਰਜ ਕਰਨਗੇ ਕਿੱਥੋਂ, ਡੀਪਰ ਲੋਕੇਸ਼ਨ ਤੋਂ, ਬਹੁਤ ਜ਼ਿਆਦਾ ਡੈਪਥ ਤੋਂ ਕੀ ਕਰਨਗੇ, ਇਹ ਇਮਰਜ ਕਰਨਗੇ। ਜਿਸ ਦੇ ਕਰਕੇ ਜਿੱਦਾਂ ਜਿੱਦਾਂ ਅਟੋਮਿਕ ਨੰਬਰ ਇਨਕਰੀਜ਼ ਹੁੰਦਾ ਜਾਊਗਾ, ਬੈਕ ਸਕੈਟਰਿੰਗ ਕੀ ਹੈ, ਜ਼ਿਆਦਾਤਰ ਹੁੰਦੀ ਰਹੂਗੀ। ਇਸ ਦੇ ਵਿੱਚ ਜੋ ਇਮੇਜ ਹੋਊਗੀ ਕਿਸ ਨਾਲ ਫਾਰਮ ਹੋਊਗੀ, ਜਦੋਂ ਇਲੈਕਟ੍ਰੋਨਸ ਦੀ ਕੀ ਹੋ ਜਾਏਗੀ, ਬੈਕ ਸਕੈਟਰਿੰਗ ਹੋ ਜਾਏਗੀ। ਕਲੀਅਰ? ਨੈਕਸਟ ਆਪਾਂ ਗੱਲ ਕਰਾਂਗੇ ਸੀ, ਜੋ ਇਸ ਦੀ ਟਾਈਪ ਹੈ ਇਮੇਜਿਸ ਦੀ, ਕੀ ਹੈ ਆਪਣੇ ਕੋਲ, ਐਕਸ-ਰੇ ਮੈਪਸ। ਦੇਖੋ ਜੋ ਐਕਸ-ਰੇ ਹੈ ਉਹ ਅਮਿਟ ਹੋਣਗੀਆਂ, ਐਕਸ-ਰੇ ਅਮਿਟ ਹੋਣਗੀਆਂ ਜਦੋਂ ਇਲੈਕਟ੍ਰੋਨ ਬੀਮ ਰਿਮੂਵ ਕੀਤੀ ਜਾਊਗੀ। ਕਲੀਅਰ? ਕਿਸ ਤੋਂ, ਇਨਰ ਸ਼ੈਲ ਤੋਂ।
ਇਨਰ ਸ਼ੈਲ ਦੇ ਇਲੈਕਟ੍ਰੋਨ ਤੋਂ ਜਦੋਂ ਇਲੈਕਟ੍ਰੋਨ ਬੀਮ ਰਿਮੂਵ ਕੀਤੀ ਜਾਂਦੀ ਹੈ ਕਿਸੇ ਵੀ ਸੈਂਪਲ ਤੋਂ ਤਾਂ ਆਪਣੇ ਕੋਲ ਐਕਸ-ਰੇ ਮੈਪ ਬਣਦੇ ਆ। ਇਹਨਾਂ ਨੂੰ ਆਪਾਂ ਯੂਜ਼ ਕਰਦੇ ਆ ਟੂ ਆਇਡੈਂਟੀਫਾਈ ਕਰਨ ਦੇ ਲਈ, ਜਾਂ ਆਪਣੇ ਕੋਲ ਜੋ ਐਲੀਮੈਂਟ ਜ਼ਿਆਦਾ ਅਮਾਊਂਟ ਦੇ ਵਿੱਚ ਪ੍ਰੈਜ਼ੈਂਟ ਹੈ ਉਹਨਾਂ ਦੇ ਲਈ ਆਪਾਂ ਉਹਨਾਂ ਨੂੰ ਮੇਅਰ ਕਰਨ ਦੇ ਲਈ ਆਪਾਂ ਐਕਸ-ਰੇ ਮੈਪਸ ਦਾ ਕੀ ਕਰਦੇ ਆ, ਯੂਜ਼ ਕਰਦੇ ਹਾਂ। ਜੋ ਇਹ ਮੈਪਸ ਹੁੰਦੇ ਜ਼ਿਆਦਾਤਰ ਇਹ ਡਿਸਟਰਬੈਂਸ ਕ੍ਰੀਏਟ ਕਰਦੇ ਆ, ਡਿਸਟ੍ਰੀਬਿਊਸ਼ਨ ਕ੍ਰੀਏਟ ਕਰਦੇ ਆ। ਡਿਸਟ੍ਰੀਬਿਊਸ਼ਨ ਦੇ ਲਈ ਇਹਨਾਂ ਨੂੰ ਕੀ ਕੀਤਾ ਜਾਂਦਾ, ਯੂਜ਼ ਕੀਤਾ ਜਾਂਦਾ। ਨੈਕਸਟ ਆਪਾਂ ਗੱਲ ਕਰਾਂਗੇ ਨੈਕਸਟ ਦੀ। ਦੇਖੋ ਐਪਲੀਕੇਸ਼ਨਸ ਕਰਦੇ ਹਾਂ ਹੁਣ ਇਹਨਾਂ ਦੀਆਂ। ਐਪਲੀਕੇਸ਼ਨਸ ਕੀ ਹੈ, ਦੇਖੋ ਜੋ ਸੈਮ ਹੁੰਦਾ ਇਸ ਦੀ ਐਪਲੀਕੇਸ਼ਨ ਕੀ ਹੈ। ਸੈਮ ਕੀ ਪ੍ਰੋਡਿਊਸ ਕਰਦਾ, ਇੱਕ ਸ਼ਾਰਪ ਇਮੇਜ 3D ਵਿਊਜ਼ ਹੋਏਗੀ। ਆਪਾਂ ਫਸਟ ਪੁਆਇੰਟ ਇਹ ਕੀਤਾ ਸੀ ਕਿ ਇਸ ਦੀ ਜੋ ਇਮੇਜ ਹੋਏਗੀ ਉਹ ਬੈਟਰ ਹੋਏਗੀ ਦੈਨ ਟੈਮ ਨਾਲੋਂ। ਵਾਈਡ ਰੇਂਜ ਦੀ ਮੈਗਨੀਫਿਕੇਸ਼ਨ ਹੋਏਗੀ, ਮੈਗਨੀਫਾਈਂਗ ਹੋਏਗੀ, ਜ਼ੂਮ ਹੋਏਗੀ। ਇਸ ਦੇ ਕੰਪੈਰੀਜ਼ਨ ਸੈਮ ਕੰਬੀਨੇਸ਼ਨ ਵੈਲੂਏਬਲ ਐਨਾਲਾਈਜ਼ ਦੇਗਾ। ਅਗਰ ਫ੍ਰੈਕਚਰ ਕੋਈ ਸਰਫੇਸ ਫ੍ਰੈਕਚਰ ਹੈ ਤਾਂ ਉਸ ਦੀ ਆਪਾਂ ਨੂੰ ਐਨਾਲਾਈਜ਼ ਕੌਣ ਕਰਵਾਏਗਾ, ਸੈਮ ਕਰਵਾਏਗਾ। ਸੈਮ ਦੀ ਅਗਰ ਫਿਰ ਤੋਂ ਫੁੱਲ ਫਾਰਮ ਦੇਖੀਏ, ਕੀ ਫੁੱਲ ਫਾਰਮ ਸੀਗੀ ਸੈਮ ਦੀ, ਸਕੈਨਿੰਗ ਇਲੈਕਟ੍ਰੋਨ ਮਾਈਕਰੋਸਕੋਪੀ। ਨੈਕਸਟ ਅਗਰ ਮੈਂ ਗੱਲ ਕਰਾਂ ਸੈਮ ਦੀ, ਸੈਮ ਕਾਹਦੇ ਲਈ ਯੂਜ਼ਫੁਲ ਹੈ, ਕਿਸੇ ਵੀ ਚੀਜ਼ ਨੂੰ ਓਬਜ਼ਰਵ ਕਰਨ ਦੇ ਲਈ। ਮੇਨਲੀ ਮੈਗਨੈਟਿਕ ਜੋ ਡੋਮੇਨਸ ਨੇ ਆਪਣੇ ਕੋਲ, ਪੈਰਾਮੈਗਨੈਟਿਕ ਹੈ, ਡਾਇਆਮੈਗਨੈਟਿਕ ਹੈ, ਉਹਨਾਂ ਨੂੰ ਆਪਾਂ ਅਗਰ ਓਬਜ਼ਰਵ ਕਰਨਾ ਤਾਂ ਆਪਾਂ ਕਿਸ ਥਰੂ ਕਰਾਂਗੇ, ਸੈਮ ਦੇ ਥਰੂ ਕਰਾਂਗੇ। ਨੈਕਸਟ ਆਪਣੇ ਕੋਲ ਜੋ ਲਾਸਟ ਟੌਪਿਕ ਹੈ ਅੱਜ ਦਾ ਉਹ ਹੈ ਡਰਾਬੈਕਸ। ਡਰਾਬੈਕਸ ਦੇਖੋ, ਇਟ ਕੈਨ ਨਾਟ ਬੀ ਯੂਜ਼ ਟੂ ਐਨਾਲਾਈਜ਼ ਸਪੈਸੀਮੈਨ ਦੈਟ ਗਿਵ ਆਫ ਐਨੀ ਟਾਈਪ ਆਫ ਵੇਪਰ। ਜੋ ਵਾਟਰ ਵੇਪਰ ਦਵੇ, ਜੋ ਵਾਟਰ ਵੇਪਰ ਰਿਲੀਜ਼ ਕਰੇ ਉਹ ਸਪੈਸੀਫਿਕ ਮੈਨ ਦਾ ਇਹ ਕੀ ਹੈ, ਇਮੇਜ ਫੋਰਮ ਨਹੀਂ ਕਰੇਗੀ। ਕਿਉਂ? ਕਿਉਂਕਿ ਜੋ ਸਿਸਟਮ ਹੈ ਉਹ ਸਾਰਾ ਸੈਂਪਲ ਕੀ ਹੋ ਜਾਏਗਾ, ਡੈਮੇਜ ਹੋ ਜਾਏਗਾ, ਖਰਾਬ ਹੋ ਜਾਏਗਾ। ਦੇਖੋ ਲਾਸਟ ਜੋ ਪੁਆਇੰਟ ਹੈ, ਇੱਕ ਕਨਕਲੂਜ਼ਨ ਲਗਾ ਲਓ ਤੁਸੀਂ ਟੈਮ ਤੇ ਸੈਮ ਦਾ। ਸੈਮ ਦੇ ਵਿੱਚ ਇੱਕ ਤਾਂ ਬੈਟਰ ਰੈਜ਼ੋਲਿਊਸ਼ਨ ਹੋਏਗੀ। ਨੈਕਸਟ ਅਗਰ ਮੈਂ ਗੱਲ ਕਰਾਂ, ਜੋ ਟੈਮ ਯੂਜ਼ ਕੀਤਾ ਜਾਂਦਾ ਹੈ ਮੇਨਲੀ ਫॉर ਇੰਟਰਨਲ ਡਿਟੇਲ ਆਫ ਸਮਾਲ ਸੈਂਪਲ ਦੀ ਇੰਟਰਨਲ ਅੰਦਰਲੀ ਡਿਟੇਲ ਦੇਣ ਦੇ ਲਈ। ਬਟ ਜੋ ਸੈਂਪਲ ਹੈ ਸੈਮ ਹੈ, ਇਹ ਡਿਟਰਮਾਈਨ ਕੀ ਕਰੇਗਾ, ਆਪਣੇ ਕੋਲ ਸਰਫੇਸ ਦੀ ਇਨਫੋਰਮੇਸ਼ਨ। ਜੋ ਇਮੇਜ ਦੇਖੋ, ਜੋ ਇਮੇਜ ਦੀ ਫੋਰਮੇਸ਼ਨ ਸਰਫੇਸ ਤੇ ਹੋ ਰਹੀ ਹੈ, ਕਿੱਥੇ ਹੋ ਰਹੀ ਹੈ, ਸਰਫੇਸ ਤੇ ਹੋ ਰਹੀ ਹੈ, ਉਹ ਕੌਣ ਸ਼ੋ ਕਰੇਗਾ, ਸੈਮ ਸ਼ੋ ਕਰੇਗਾ। ਬਟ ਜੋ ਇੰਟਰਨਲੀ ਡਿਟੇਲ ਹੈ, ਕਿਸੇ ਇਮੇਜ ਦੀ ਇੰਟਰਨਲ ਡਿਟੇਲ ਹੈ ਆਪਣੇ ਕੋਲ ਸੈਂਪਲ ਦੇ ਅੰਦਰ ਕੀ ਹੋ ਰਿਹਾ, ਉਹ ਆਪਾਂ ਨੂੰ ਕੌਣ ਦੇਗਾ, ਟੈਮ ਦੇਗਾ। ਕਲੀਅਰ? ਆਈ ਹੋਪ ਤੁਹਾਨੂੰ ਕਨਸੈਪਟਸ ਕਲੀਅਰ ਹੋ ਚੁੱਕੇ ਹੈ ਤੇ ਸਮਝ ਵੀ ਆ ਚੁੱਕੇ ਹੈ। ਨੈਕਸਟ ਆਪਾਂ ਟੌਪਿਕ ਹੈ ਜੋ ਨੈਕਸਟ ਕਲਾਸ ਦੇ ਵਿੱਚ ਕਰਾਂਗੇ। ਅਗਰ ਤੁਹਾਨੂੰ ਵੀਡੀਓ ਅੱਛੀ ਲੱਗਦੀ ਹੈ ਤਾਂ ਪਲੀਜ਼ ਫੀਡਬੈਕ ਦਈਓ ਕਿ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗੀ। ਅਗਰ ਤੁਹਾਡਾ ਕੋਈ ਡਾਊਟ ਹੁੰਦਾ ਤੁਸੀਂ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਪੁੱਛ ਸਕਦੇ ਹੋ, ਕਿਸੇ ਵੀ ਤਰ੍ਹਾਂ ਦਾ ਡਾਊਟ। ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜਿਨ੍ਹਾਂ ਨੇ ਹਜੇ ਤੱਕ ਨਹੀਂ ਕੀਤਾ, ਵੀਡੀਓਜ਼ ਨੂੰ ਲਾਈਕ ਕਰ ਲਓ ਤੇ MCQs ਨਾਲ ਸੋਲਵ ਕਰਦੇ ਰਹੀ ਹੋ। ਥੈਂਕ ਯੂ ਸੋ ਮਚ।